ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ YouTube ਚੈਨਲ GPS ਮਾਣੀ ਖੇੜਾ ਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਨਵੇਂ ਚੈਪਟਰ ਦੀ, ਜਿਸ ਦਾ ਨਾਮ ਹੈ ਮਹੱਤਮ ਸਮਾਵਰਤਕ ਅਤੇ ਲਘੁੱਤਮ ਸਮਾਵਰਤਕ, ਕਲਾਸ 5ਵੀਂ, ਚੈਪਟਰ 3 ਤੇ ਭਾਗ ਪਹਿਲਾ। ਤਾਂ ਆਪਾਂ ਦੇਖੀਏ ਵੀ ਮਹੱਤਮ ਸਮਾਵਰਤਕ, ਜਿਸ ਨੂੰ ਇੰਗਲਿਸ਼ ਦੇ ਵਿੱਚ HCF ਵੀ ਕਿਹਾ ਜਾਂਦਾ ਹੈ, ਜਿਸ ਦੀ ਫੁੱਲ ਫਾਰਮ ਹੈ ਹਾਈਐਸਟ ਕਾਮਨ ਫੈਕਟਰ, ਤੇ ਲਘੁੱਤਮ ਸਮਾਵਰਤਕ ਜਿਸ ਨੂੰ ਇੰਗਲਿਸ਼ ਦੇ ਵਿੱਚ ਆਪਾਂ LCM ਆਖ ਦਿੰਦੇ ਹਾਂ। ਤਾਂ LCM ਦੀ ਜਿਹੜੀ ਫੁੱਲ ਫਾਰਮ ਹੈ ਉਹ ਹੈ ਲੋਐਸਟ ਕਾਮਨ ਮਲਟੀਪਲ। ਤਾਂ ਇਸ ਚੈਪਟਰ ਦੇ ਕੁਐਸਚਨਾਂ ਵੱਲ ਵਧੀਏ ਉਸ ਤੋਂ ਪਹਿਲਾਂ ਆਪਾਂ ਇਸ ਚੈਪਟਰ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਗੱਲਾਂ 'ਤੇ ਵਿਚਾਰ ਕਰਾਂਗੇ। ਕੁਝ ਟੌਪਿਕਸ ਹਨ ਜਿਨ੍ਹਾਂ ਨੂੰ ਆਪਾਂ ਕਲੀਅਰ ਕਰਕੇ ਚੱਲਾਂਗੇ। ਤਾਂ ਸਭ ਤੋਂ ਪਹਿਲਾ ਜਿਹੜਾ ਟੌਪਿਕ ਹੈ ਉਹ ਦੇਖੋ ਕੀ ਹੈ, ਤਾਂ ਉਸ ਬਾਰੇ ਆਪਾਂ ਵਿਚਾਰ ਕਰਾਂਗੇ। ਤਾਂ ਸਭ ਤੋਂ ਪਹਿਲਾ ਜਿਹੜਾ ਟੌਪਿਕ ਹੈ ਉਹ ਹੈ ਗੁਣਜ। ਇੱਕ ਸ਼ਬਦ ਲਿਖਿਆ ਹੈ ਮੈਂ ਗੁਣਜ, ਜਿਸ ਨੂੰ ਇੰਗਲਿਸ਼ ਦੇ ਵਿੱਚ ਆਪਾਂ ਮਲਟੀਪਲਸ ਕਹਿੰਦੇ ਹਾਂ। ਤਾਂ ਦੇਖੋ, ਇਸ ਨੂੰ ਆਪਾਂ ਕੁਝ ਉਦਾਹਰਨਾਂ ਦੀ ਮਦਦ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੈਂ ਕੁਝ ਉਦਾਹਰਨਾਂ ਲਿਖਣ ਲੱਗਿਆ ਹਾਂ। ਦੇਖੋ, ਆਹ ਹੈ 4 ਗੁਣਾ 3 ਬਰਾਬਰ ਕਿੰਨਾ ਆਇਆ ਉੱਤਰ 12। ਇੱਥੇ ਹੈ ਮੰਨ ਲਓ 6 ਗੁਣਾ 4, ਉੱਤਰ ਕਿੰਨਾ ਆਇਆ 24। ਇੱਥੇ ਮੈਂ ਲਿਖਦਾ ਹਾਂ 2 ਗੁਣਾ 3 ਗੁਣਾ 2 ਤੀਏ 6, 6 ਚੌਕਾ 24। ਚਲੋ ਇਹ ਵੀ 24 ਆ ਗਿਆ। ਜਾਂ ਆਪਾਂ ਥੋੜੀ ਜਿਹੀ ਇੱਥੇ ਐਗਜ਼ਾਮਪਲ ਬਦਲ ਲੈਂਦੇ ਹਾਂ, ਆਪਾਂ ਲਿਖ ਲੈਂਦੇ ਹਾਂ 5 ਗੁਣਾ 6 ਜਾਂ 6 ਗੁਣਾ 5 ਬਰਾਬਰ 30। ਚਲੋ ਆਪਾਂ ਇਹਨਾਂ ਨੂੰ ਡਿਸਕਸ ਕਰਦੇ ਹਾਂ ਤੇ ਇੱਥੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਣਜ ਕੀ ਹੈ। ਦੇਖੋ, 4 ਅਤੇ 3 ਨੂੰ ਜਦੋਂ ਮੈਂ ਗੁਣਾ ਕੀਤਾ ਤਾਂ ਉਹਨਾਂ ਦਾ ਜਿਹੜਾ ਗੁਣਨਫਲ ਕਿੰਨਾ ਆਇਆ, ਗੁਣਨਫਲ ਆਇਆ 12। ਤਾਂ ਜਦੋਂ ਵੀ 2 ਜਾਂ 2 ਤੋਂ ਵੱਧ ਸੰਖਿਆਵਾਂ ਨੂੰ ਗੁਣਾ ਕੀਤਾ ਜਾਂਦਾ ਹੈ ਤਾਂ ਜਿਹੜਾ ਵੀ ਗੁਣਨਫਲ ਸਾਨੂੰ ਪ੍ਰਾਪਤ ਹੁੰਦਾ ਹੈ, ਉਹ ਜਿਹੜੀਆਂ ਵੀ ਸੰਖਿਆਵਾਂ ਨੂੰ ਗੁਣਾ ਕਰਕੇ ਪ੍ਰਾਪਤ ਹੁੰਦਾ ਹੈ, ਉਹ ਗੁਣਨਫਲ ਉਹਨਾਂ ਸੰਖਿਆਵਾਂ ਦਾ ਕੀ ਹੁੰਦਾ ਹੈ, ਗੁਣਜ ਹੁੰਦਾ ਹੈ। ਤਾਂ ਇਸ ਨੂੰ ਆਪਾਂ ਦੂਸਰੇ ਰੂਪ 'ਚ ਕੀ ਕਹਾਂਗੇ, ਆਪਾਂ ਇਸ ਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਿਹੜਾ 12 ਹੈ ਉਹ ਕਿਸ ਦਾ ਗੁਣਜ ਹੈ, 12 4 ਅਤੇ 3 ਦਾ ਗੁਣਜ ਹੈ। ਐਸੇ ਤਰੀਕੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ 30 ਹੈ ਇਹ ਕਿਸ ਦਾ ਗੁਣਜ ਹੈ, 30 ਜਿਹੜਾ ਹੈ ਉਹ 6 ਅਤੇ 5 ਦਾ ਗੁਣਜ ਹੈ। ਉਸੇ ਤਰੀਕੇ ਨਾਲ ਜਿਹੜਾ 24 ਹੈ ਉਹ 2 3 ਅਤੇ 4 ਦਾ ਗੁਣਜ ਹੈ। ਤਾਂ ਤੁਸੀਂ ਇੱਕ ਗੱਲ ਦੇ ਵਿੱਚ ਧਿਆਨ ਨਾਲ ਦੇਖੋ ਕਿ ਗੁਣਜ ਤੋਂ ਜਿਹੜਾ ਭਾਵ ਹੈ ਉਹ ਕੀ ਹੈ। ਤਾਂ 12 ਜਿਹੜਾ ਦੇਖੋ 12 ਇਹ 4 ਦੇ ਪਹਾੜੇ ਤੇ ਆਉਂਦਾ ਹੈ, ਯਾਨੀ ਕਿ 4 ਤੀਏ 12, 3 ਤੇ ਜਾ ਕੇ ਇਹ 4 ਦੇ ਪਹਾੜੇ ਤੇ ਆਉਂਦਾ ਹੈ, 4 ਤੀਏ 12। ਤਾਂ 4 ਦਾ ਜਿਹੜਾ ਤੀਜਾ ਗੁਣਜ ਹੈ ਉਹ ਕਿਹੜਾ ਹੈ, 12। ਤੇ ਉਸੇ ਤਰੀਕੇ ਨਾਲ ਜੇ ਆਪਾਂ 3 ਨੂੰ ਦੇਖੀਏ ਤਾਂ 3 ਦੇ ਪਹਾੜੇ ਦੇ ਵਿੱਚ ਜਿਹੜਾ 12 ਹੈ ਉਹ ਚੌਥੇ ਨੰਬਰ ਤੇ ਆਉਂਦਾ ਹੈ। ਤਾਂ ਜਿਹੜਾ 12 ਹੈ ਉਹ 3 ਦਾ ਵੀ ਗੁਣਜ ਹੈ। ਕਿੰਨਵਾਂ ਗੁਣਜ ਹੈ, ਚੌਥਾ। ਤਾਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਤਾਂ ਇੱਕ ਆਪਾਂ ਹੋਰ ਇਸ ਬਾਰੇ ਐਗਜ਼ਾਮਪਲ ਲੈਂਦੇ ਹਾਂ। ਜੇਕਰ ਮੈਂ ਕਹਾਂ ਕਿ ਇੱਕ ਸੰਖਿਆ ਹੈ 6 ਜਾਂ 7 ਜਾਂ ਜਿੰਨੀ ਮਰਜ਼ੀ, ਚਲੋ ਆਪਾਂ ਇੱਕ ਸੰਖਿਆ ਲੈ ਲੈਂਦੇ ਹਾਂ 6। ਤਾਂ ਜੇਕਰ ਮੈਂ ਕਹਾਂ ਕਿ 6 ਦੇ ਪਹਿਲੇ 5 ਗੁਣਜ ਪਤਾ ਕਰੋ, ਤਾਂ ਤੁਸੀਂ 6 ਦੇ ਪਹਿਲੇ 5 ਗੁਣਜ ਕਿਵੇਂ ਪਤਾ ਕਰੋਗੇ। ਤਾਂ ਆਪਾਂ 6 ਦੇ ਪਹਿਲੇ 5 ਗੁਣਜ ਪਤਾ ਕਰਨ ਲਈ ਆਪਾਂ ਕੀ ਕਰਾਂਗੇ, ਜਿਹੜੀਆਂ ਵੀ ਆਪਣੇ ਕੋਲੇ ਪਹਿਲੀਆਂ 5 ਸੰਖਿਆਵਾਂ ਹਨ ਆਪਾਂ 6 ਨੂੰ ਉਹਨਾਂ ਨਾਲ ਗੁਣਾ ਕਰ ਦਿਆਂਗੇ। ਤਾਂ ਆਪਣੀਆਂ ਜਿਹੜੀਆਂ ਪਹਿਲੀਆਂ 5 ਸੰਖਿਆਵਾਂ ਕਿਹੜੀਆਂ ਹਨ, ਪਹਿਲੀ ਸੰਖਿਆ ਕਿਹੜੀ ਹੈ ਆਪਣੇ ਕੋਲ, ਜਿਹੜੀ ਆਪਾਂ ਬਚਪਨ ਤੋਂ ਹੀ ਸਿੱਖਦੇ ਆ ਰਹੇ ਹਾਂ, 1 ਤੇ ਦੂਸਰੀ 2, ਉਸ ਤੋਂ ਬਾਅਦ 3 4 ਤੇ 5। ਤਾਂ ਆਪਾਂ 6 ਨੂੰ ਦੇਖੋ ਪਹਿਲਾਂ 1 ਨਾਲ ਗੁਣਾ ਕਰਦੇ ਹਾਂ। ਤਾਂ 6 ਏਕਮ 6, 6 ਦੂਣੀ 12, 6 ਤੀਏ 18, 6 ਚੌਕਾ 24 ਤੇ 6 ਪੰਜਾ 30। ਤਾਂ ਇਹ ਹਨ ਸੰਖਿਆ 6 ਦੇ ਪਹਿਲੇ 5 ਗੁਣਜ। ਤਾਂ ਜੇਕਰ ਕਹਾਂ ਕਿ ਦੱਸੋ ਬਈ ਸੰਖਿਆ 6 ਦਾ 15ਵਾਂ ਗੁਣਜ ਕੀ ਹੋਊਗਾ, ਤਾਂ ਬੜੀ ਆਸਾਨੀ ਨਾਲ ਤੁਸੀਂ ਦੱਸ ਦੋਗੇ। ਕਿਵੇਂ ਦੱਸੋਗੇ, ਇਹ ਗੁਣਜ ਐਸੇ ਤਰ੍ਹਾਂ ਹੀ ਚੱਲਦੇ ਜਾਣਗੇ। ਜੇਕਰ ਤੁਸੀਂ 6 ਦਾ 15ਵਾਂ ਗੁਣਜ ਕੱਢਣਾ ਹੈ ਤਾਂ ਤੁਸੀਂ 6 ਨੂੰ ਕੀ ਕਰੋਗੇ, 15 ਨਾਲ ਗੁਣਾ ਕਰ ਦੋਗੇ। ਤਾਂ ਦੇਖੋ 6 ਨੂੰ ਜਦੋਂ ਆਪਾਂ 15 ਨਾਲ ਗੁਣਾ ਕਰਾਂਗੇ ਤਾਂ 15 ਛੀਕਾ 90। ਤਾਂ ਜਿਹੜਾ 6 ਦਾ 15ਵਾਂ ਗੁਣਜ ਕਿਹੜਾ ਹੋਊਗਾ, 90 ਹੋਊਗਾ। ਇਸ ਤਰੀਕੇ ਨਾਲ ਤੁਸੀਂ 6 ਦਾ ਕੋਈ ਵੀ ਗੁਣਜ ਕੱਢ ਸਕਦੇ ਹੋ। ਇਹਨਾਂ ਦਾ ਕੋਈ ਵੀ ਅੰਤ ਨਹੀਂ ਹੈ, ਇਹ ਅਨੰਤ ਹਨ। ਤਾਂ ਗੁਣਜ ਦੇ ਆਧਾਰ ਤੇ ਕੁਝ ਸਵਾਲ, ਕੁਝ ਗੱਲਾਂ ਹਨ ਜਿਨ੍ਹਾਂ ਨੂੰ ਤੁਸੀਂ ਯਾਦ ਰੱਖਣਾ ਹੈ। ਆਪਣੇ ਗਣਿਤ ਦੇ ਵਿੱਚ ਵੀ ਉਹ ਗੱਲਾਂ ਲਿਖੀਆਂ ਹੋਈਆਂ ਹਨ, ਯਾਦ ਰੱਖੋ। ਇੱਕ ਡੱਬਾ ਬਣਿਆ ਹੋਇਆ ਹੈ, ਉਸ ਦੇ ਵਿੱਚ ਕੁਝ ਗੱਲਾਂ ਲਿਖੀਆਂ ਗਈਆਂ ਹਨ ਜਿਨ੍ਹਾਂ ਨੂੰ ਤੁਸੀਂ ਯਾਦ ਰੱਖਣਾ ਹੈ। ਮੈਂ ਉਹਨਾਂ ਨੂੰ ਸਾਰੀਆਂ ਗੱਲਾਂ ਨੂੰ ਅੱਜ ਤੁਹਾਡੇ ਨਾਲ ਡਿਸਕਸ ਕਰਾਂਗਾ। ਤਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਆਪਾਂ ਇਹ ਸਾਰੇ ਜਿਹੜੇ ਹਨ ਉਹ 6 ਦੇ ਗੁਣਜ ਹਨ।
ਤਾਂ ਸੰਖਿਆ ਲਈ ਸੀ ਆਪਾਂ 6। ਤਾਂ ਸੰਖਿਆ 6 ਦਾ ਜਿਹੜਾ ਪਹਿਲਾ ਗੁਣਜ ਹੈ ਉਹ ਕਿਹੜਾ ਹੈ? ਤਾਂ ਸੰਖਿਆ 6 ਦਾ ਜਿਹੜਾ ਪਹਿਲਾ ਗੁਣਜ ਹੈ ਉਹ 6 ਹੈ। ਤਾਂ ਇੱਥੋਂ ਆਪਾਂ ਨੂੰ ਇੱਕ ਗੱਲ ਪਤਾ ਲੱਗੀ, ਉਹ ਕੀ ਪਤਾ ਲੱਗੀ ਕਿ ਕਿਸੇ ਵੀ ਸੰਖਿਆ ਦਾ ਗੁਣਜ ਕੱਢਿਆ ਜਾਵੇ ਤਾਂ ਉਸ ਦਾ ਜਿਹੜਾ ਪਹਿਲਾ ਗੁਣਜ ਹੋਊਗਾ ਉਹ ਸੰਖਿਆ ਆਪ ਹੀ ਹੋਵੇਗੀ। ਤਾਂ ਆਪਾਂ ਨੂੰ ਇੱਥੋਂ ਇਹ ਗੱਲ ਪਤਾ ਲੱਗੀ ਬਈ ਹਰੇਕ ਸੰਖਿਆ ਆਪਣੇ ਆਪ ਦਾ ਗੁਣਜ ਹੁੰਦੀ ਹੈ। ਠੀਕ ਹੈ, ਪਹਿਲੀ ਗੱਲ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਦੂਸਰੀ ਗੱਲ ਕੀ ਹੈ? ਤੁਸੀਂ ਧਿਆਨ ਨਾਲ ਦੇਖੋ 6 12 18 24 ਤੇ ਅੱਗੇ ਜੋ ਵੀ ਇਸ ਦੇ ਗੁਣਜ ਚੱਲ ਰਹੇ ਹਨ। ਤਾਂ ਸੰਖਿਆ ਸੀ ਆਪਣੇ ਕੋਲੇ 6, ਤਾਂ ਇਸ ਦੇ ਗੁਣਜ ਹਨ ਆਹ ਵਾਲੇ। ਤਾਂ ਇਹਦੇ ਜਿਹੜੇ ਗੁਣਜ ਦੇਖੋ ਧਿਆਨ ਨਾਲ, ਇਹ ਸਾਰੇ ਦੇ ਸਾਰੇ ਗੁਣਜ ਜਾਂ ਤਾਂ 6 ਤੋਂ ਵੱਡੇ ਹਨ ਤੇ ਜਾਂ ਇਸ ਦਾ ਜਿਹੜਾ ਇੱਕ ਗੁਣਜ ਆਹ ਵਾਲਾ ਹੈ ਉਹ 6 ਦੇ ਬਰਾਬਰ ਹੈ। ਤਾਂ ਇੱਥੋਂ ਆਪਾਂ ਨੂੰ ਇੱਕ ਗੱਲ ਪਤਾ ਲੱਗੀ ਕਿ ਕਿਸੇ ਵੀ ਜਿਹੜੀ ਸੰਖਿਆ ਦੇ ਗੁਣਜ ਹੁੰਦੇ ਹਨ ਉਹ ਜਾਂ ਤਾਂ ਸੰਖਿਆ ਦੇ ਬਰਾਬਰ ਹੋ ਸਕਦੇ ਹਨ ਜਾਂ ਗੁਣਜ ਜਿਹੜਾ ਹੋਊਗਾ ਉਹ ਸੰਖਿਆ ਤੋਂ ਵੱਡਾ ਹੋਊਗਾ। ਕਿਸੇ ਵੀ ਸੰਖਿਆ ਦਾ ਗੁਣਜ ਜਾਂ ਤਾਂ ਸੰਖਿਆ ਤੋਂ ਵੱਡਾ ਹੋਊਗਾ ਜਾਂ ਸੰਖਿਆ ਦੇ ਬਰਾਬਰ ਹੋਊਗਾ। ਗੁਣਜ ਸੰਖਿਆ ਤੋਂ ਛੋਟਾ ਨਹੀਂ ਹੋ ਸਕਦਾ। ਜਿਸ ਵੀ ਸੰਖਿਆ ਦਾ ਤੁਸੀਂ ਗੁਣਜ ਕੱਢੋਗੇ ਉਹ ਗੁਣਜ ਉਸ ਸੰਖਿਆ ਤੋਂ ਛੋਟਾ ਨਹੀਂ ਹੋ ਸਕਦਾ। ਇਹ ਸੀ ਦੂਜੀ ਗੱਲ। ਤੀਜੀ ਗੱਲ ਦੇਖੋ, ਗੁਣਜਾਂ ਨੂੰ ਤੁਸੀਂ ਧਿਆਨ ਨਾਲ ਨਜ਼ਰ ਮਾਰੋ। ਗੁਣਜ ਹੈ 6 12 18। ਤਾਂ ਇਹ ਜਿੰਨੀਆਂ ਵੀ ਸੰਖਿਆਵਾਂ ਹਨ ਇਹ ਸਾਰੀਆਂ ਸੰਖਿਆਵਾਂ ਇੱਕ ਦੇ ਪਹਾੜੇ ਤੇ ਭਾਗ ਹੋ ਜਾਂਦੀਆਂ ਹਨ। ਤਾਂ ਇੱਥੋਂ ਆਪਾਂ ਨੂੰ ਇੱਕ ਗੱਲ ਪਤਾ ਲੱਗੀ ਕਿ ਹਰੇਕ ਜਿਹੜਾ ਗੁਣਜ ਹੈ ਉਹ ਇੱਕ ਦੇ ਪਹਾੜੇ ਤੇ ਆਉਂਦਾ ਹੈ। ਤਾਂ ਠੀਕ ਹੈ, ਇੱਕ ਦੇ ਪਹਾੜੇ ਤੇ, ਕਿਉਂਕਿ ਇੱਕ ਇਹਨਾਂ ਸਾਰਿਆਂ ਨੂੰ ਭਾਗ ਕਰ ਦੇਗਾ। ਤਾਂ ਸਾਰੀਆਂ ਸੰਖਿਆਵਾਂ ਜਿਹੜੀਆਂ ਹਨ ਉਹ ਇੱਕ ਦਾ ਗੁਣਜ ਹੁੰਦੀਆਂ ਹਨ। ਇਹ ਹੈ ਤੀਸਰੀ ਗੱਲ, ਸਾਰੀਆਂ ਸੰਖਿਆਵਾਂ ਇੱਕ ਦਾ ਗੁਣਜ ਹੁੰਦੀਆਂ ਹਨ। ਇਸ ਦਾ ਭਾਵ ਕੀ ਹੈ? ਸਾਰੀਆਂ ਸੰਖਿਆਵਾਂ ਇੱਕ ਦੇ ਪਹਾੜੇ ਤੇ ਆਉਂਦੀਆਂ ਹਨ। ਇਹ ਸੀ ਤੀਸਰੀ ਗੱਲ। ਤੇ ਚੌਥੀ ਗੱਲ ਦੇਖੋ ਕਿ ਜਿਹੜੇ ਵੀ ਗੁਣਜ ਹਨ ਉਹਨਾਂ ਦਾ ਸਭ ਤੋਂ ਜਿਹੜਾ ਛੋਟਾ ਗੁਣਜ ਹੈ ਉਹ ਕਿਹੜਾ ਹੈ? ਤਾਂ ਉਹ ਹਮੇਸ਼ਾ ਹੀ ਜਿਹੜੀ ਸੰਖਿਆ ਤੁਸੀਂ ਲਈ ਹੈ ਤਾਂ ਉਹ ਜਿਹੜਾ ਸਭ ਤੋਂ ਛੋਟਾ ਗੁਣਜ ਹੋਏਗਾ ਉਸ ਸੰਖਿਆ ਦਾ, ਉਹ ਸੰਖਿਆ ਆਪ ਹੀ ਹੋਏਗੀ। ਤੇ ਜਿਹੜੀ ਅਗਲੀ ਗੱਲ ਹੈ ਯਾਦ ਰੱਖਣ ਵਾਲੀ, ਉਹ ਕੀ ਹੈ? ਜਿਹੜੀ ਕਿਸੇ ਵੀ ਸੰਖਿਆ ਦੇ ਜਿਹੜੇ ਗੁਣਜ ਹੈ ਉਹਨਾਂ ਦੀ ਜਿਹੜੀ ਸੰਖਿਆ ਹੈ ਉਹ ਅਨੰਤ ਹੁੰਦੀ ਹੈ। ਤੁਸੀਂ ਜਿੰਨੇ ਮਰਜ਼ੀ ਉਸ ਦੇ ਗੁਣਜ ਪ੍ਰਾਪਤ ਕਰ ਸਕਦੇ ਹੋ, ਜਿੰਨੇ ਮਰਜ਼ੀ ਉਸ ਦੇ ਗੁਣਜ ਕੱਢ ਸਕਦੇ ਹੋ। ਸੰਖਿਆ ਦਾ ਸਭ ਤੋਂ ਛੋਟੇ ਤੋਂ ਛੋਟਾ ਗੁਣਜ ਸੰਖਿਆ ਆਪ ਹੋਏਗੀ ਤੇ ਸੰਖਿਆ ਦਾ ਸਭ ਤੋਂ ਵੱਡਾ ਗੁਣਜ ਜਿਹੜਾ ਹੈ ਉਹ ਤੁਸੀਂ ਦੱਸ ਨਹੀਂ ਸਕਦੇ, ਕਿਉਂਕਿ ਤੁਸੀਂ 6 ਨੂੰ ਜਿਸ ਨਾਲ ਵੀ ਗੁਣਾ ਕਰੋਗੇ ਉਹ 6 ਦਾ ਗੁਣਜ ਹੋ ਜਾਏਗਾ। ਤਾਂ ਇਹ ਸੀ ਆਪਣਾ ਜਿਹੜਾ ਟੌਪਿਕ ਸੀ ਗੁਣਜ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਅਗਲੇ ਟੌਪਿਕ ਤੇ ਗੁਣਨਖੰਡ ਤੇ। ਤਾਂ ਅਗਲਾ ਟੌਪਿਕ ਹੈ ਆਪਣਾ ਗੁਣਨਖੰਡ। ਹਾਂਜੀ, ਹੁਣ ਆਪਾਂ ਗੱਲ ਕਰਾਂਗੇ ਗੁਣਨਖੰਡਾਂ ਦੀ। ਗੁਣਨਖੰਡ ਜਿਨ੍ਹਾਂ ਨੂੰ ਆਪਾਂ ਇੰਗਲਿਸ਼ ਦੇ ਵਿੱਚ ਫੈਕਟਰਸ ਵੀ ਕਹਿੰਦੇ ਆ। ਤਾਂ ਫੈਕਟਰਸ ਦੀ ਗੱਲ ਕਰਾਂਗੇ ਆਪਾਂ। ਦੇਖੋ ਗੁਣਜ ਜਦੋਂ ਆਪਾਂ ਕੀਤੇ ਸੀ ਤਾਂ ਇੱਕ ਐਗਜ਼ਾਮਪਲ ਲਈ ਸੀ, 6 ਦੇ ਗੁਣਜ ਕੀਤੇ ਸੀ ਆਪਾਂ ਉਹਦੇ ਵਿੱਚ। ਤਾਂ 6 ਦੇ ਗੁਣਜ ਕੀਤੇ ਸੀ ਤਾਂ ਆਪਾਂ 6 ਦੇ ਹੀ ਗੁਣਨਖੰਡ ਕੱਢਣ ਦੀ ਕੋਸ਼ਿਸ਼ ਕਰਾਂਗੇ। ਤਾਂ ਇਸ ਐਗਜ਼ਾਮਪਲ ਦੀ ਮਦਦ ਨਾਲ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਣਨਖੰਡ ਕੀ ਹੁੰਦੇ ਹਨ। ਤਾਂ 6 ਦੇ ਜੇਕਰ ਆਪਾਂ ਗੁਣਨਖੰਡ ਕੱਢਣੇ ਹੋਣ ਤਾਂ 6 ਦੇ ਗੁਣਨਖੰਡ ਕਿਹੜੇ ਹੋਣਗੇ? ਜਿਹੜੀਆਂ ਵੀ ਸੰਖਿਆਵਾਂ 6 ਨੂੰ ਭਾਗ ਕਰਨਗੀਆਂ ਉਹ ਸਾਰੀਆਂ ਸੰਖਿਆਵਾਂ 6 ਦੀਆਂ ਕੀ ਹੋਣਗੀਆਂ? ਗੁਣਨਖੰਡ ਹੋਣਗੀਆਂ। ਤਾਂ ਆਪਾਂ ਨੂੰ ਇੱਥੋਂ ਇੱਕ ਗੱਲ ਪਤਾ ਲੱਗੀ ਕਿ ਕਿਸੇ ਵੀ ਸੰਖਿਆ ਦੇ ਜਿਹੜੇ ਗੁਣਨਖੰਡ ਹੋਣਗੇ ਉਹ ਉਸ ਸੰਖਿਆ ਨੂੰ ਕੀ ਕਰਨਗੇ? ਹਮੇਸ਼ਾ ਹੀ ਭਾਗ ਕਰਨਗੇ। ਤਾਂ 6 ਨੂੰ ਭਾਗ ਕਰਨ ਵਾਲੀ ਦੇਖੋ ਪਹਿਲੀ ਸੰਖਿਆ ਕਿਹੜੀ ਹੈ? ਤਾਂ ਜੇਕਰ ਪਹਿਲੀ ਸੰਖਿਆ ਦੀ ਆਪਾਂ ਗੱਲ ਕਰੀਏ ਤਾਂ ਦੇਖੋ ਇੱਕ ਪਹਿਲੀ ਸੰਖਿਆ ਹੈ ਜਿਹੜੀ 6 ਨੂੰ ਭਾਗ ਕਰਦੀ ਹੈ। ਤਾਂ ਇੱਕ ਦੀ ਇੱਕ ਖਾਸੀਅਤ ਵੀ ਇਹ ਹੈ ਕਿ ਇੱਕ ਅਜਿਹਾ ਅੰਕ ਹੈ ਜਿਹੜਾ ਹਰੇਕ ਸੰਖਿਆ ਨੂੰ, ਚਾਹੇ ਸੰਖਿਆ ਜਿੰਨੀ ਮਰਜ਼ੀ ਵੱਡੀ ਹੋਵੇ ਜਿੰਨੀ ਮਰਜ਼ੀ ਛੋਟੀ ਹੋਵੇ, ਇੱਕ ਹਰੇਕ ਸੰਖਿਆ ਨੂੰ ਹੀ ਭਾਗ ਕਰਦਾ ਹੈ। ਭਾਵ ਇੱਕ ਜਿਹੜਾ ਹੈ ਉਹ ਹਰੇਕ ਸੰਖਿਆ ਦਾ ਹੀ ਗੁਣਨਖੰਡ ਹੁੰਦਾ ਹੈ। ਤਾਂ 6 ਜਿਹੜਾ ਹੈ ਉਹ ਪਹਿਲਾਂ ਤਾਂ 1 ਤੇ ਭਾਗ ਹੋਏਗਾ। ਉਸ ਤੋਂ ਬਾਅਦ 6 ਨੂੰ ਕੌਣ ਭਾਗ ਕਰੂਗਾ? 2 ਵੀ ਭਾਗ ਕਰੂਗਾ ਕਿਉਂਕਿ 2 ਦੇ ਪਹਾੜੇ ਤੇ 6 ਆਉਂਦਾ ਹੈ। ਉਸ ਤੋਂ ਬਾਅਦ 3 ਵੀ ਭਾਗ ਕਰੂਗਾ। 4 6 ਨੂੰ ਭਾਗ ਨਹੀਂ ਕਰੂਗਾ ਕਿਉਂਕਿ 4 ਜਿਹੜਾ ਹੈ ਉਹ 6 ਜਿਹੜਾ ਹੈ ਉਹ 4 ਦੇ ਪਹਾੜੇ ਤੇ ਨਹੀਂ ਆਉਂਦਾ। ਉਸ ਤੋਂ ਬਾਅਦ ਦੇਖੋ 6 ਨੂੰ ਕੌਣ ਭਾਗ ਕਰੂਗਾ? 4 ਤੋਂ ਬਾਅਦ 5 ਵੀ ਨਹੀਂ ਕਰੂਗਾ। 5 ਤੋਂ ਬਾਅਦ ਦੇਖੋ 6 ਖੁਦ ਜਿਹੜਾ ਹੈ ਉਹ 6 ਨੂੰ ਭਾਗ ਕਰ ਦੂਗਾ। ਤਾਂ ਆਹ ਸੀ 6 ਦੇ ਗੁਣਨਖੰਡ ਕਿਹੜੇ? 1 2 3 ਤੇ 6। ਟੋਟਲ 4 ਗੁਣਨਖੰਡ ਜਿਹੜੇ ਹੈ ਉਹ 6 ਦੇ ਹਨ। ਇੱਕ ਹੋਰ ਐਗਜ਼ਾਮਪਲ ਲੈਂਦੇ ਆਪਾਂ, ਜਿਵੇਂ ਕਿ ਸੰਖਿਆ ਹੈ 12।
ਜੇਕਰ ਮੈਂ ਕਹਾਂ ਕਿ 12 ਦੇ ਗੁਣਨਖੰਡ ਆਪਾਂ ਕੱਢੀਏ ਤਾਂ 12 ਦੇ ਗੁਣਨਖੰਡ ਕੀ ਹੋਣਗੇ? ਪਹਿਲਾ ਗੁਣਨਖੰਡ ਤਾਂ ਇੱਕ ਹੀ ਹੋਊਗਾ, ਕਿਉਂਕਿ ਇੱਕ ਜਿਹੜਾ ਹੈ 12 ਨੂੰ ਭਾਗ ਕਰ ਦੂਗਾ। ਜਲਦੀ ਜਲਦੀ ਆਪਾਂ ਦੇਖਦੇ ਹਾਂ। ਇੱਕ ਤੋਂ ਬਾਅਦ 2 12 ਨੂੰ ਭਾਗ ਕਰ ਦੂਗਾ, 3 12 ਨੂੰ ਭਾਗ ਕਰ ਦੂਗਾ, 4 12 ਨੂੰ ਭਾਗ ਕਰਦਾ ਹੈ, 5 12 ਨੂੰ ਭਾਗ ਨਹੀਂ ਕਰਦਾ, ਉਸ ਤੋਂ ਬਾਅਦ 6 ਭਾਗ ਕਰਦਾ ਹੈ, ਤੇ 6 ਤੋਂ ਬਾਅਦ 7 8 9 10 11 ਇਹ ਸੰਖਿਆਵਾਂ ਜਿਹੜੀਆਂ ਹੈ 12 ਨੂੰ ਭਾਗ ਨਹੀਂ ਕਰਨਗੀਆਂ। ਉਸ ਤੋਂ ਬਾਅਦ ਜਿਹੜਾ 12 ਖੁਦ ਹੈ ਉਹ ਇਸ ਨੂੰ ਭਾਗ ਕਰੂਗਾ। ਤਾਂ ਇਹ ਸੀ ਗੁਣਨਖੰਡ। ਤੇ ਇਸ ਸੰਬੰਧ ਵਿੱਚ ਕੁਝ ਗੱਲਾਂ ਜਿਹੜੀਆਂ ਹਨ ਉਹ ਆਪਾਂ ਜ਼ਰੂਰ ਸਾਂਝੀਆਂ ਕਰਾਂਗੇ। ਜਿਵੇਂ ਆਪਾਂ ਗੁਣਜ ਦੇ ਸੰਬੰਧ ਵਿੱਚ ਕੁਝ ਗੱਲਾਂ ਨੂੰ ਯਾਦ ਰੱਖਿਆ ਸੀ, ਤਾਂ ਕੁਝ ਮਹੱਤਵਪੂਰਨ ਗੱਲਾਂ ਹਨ ਜਿਹੜੀਆਂ ਗੁਣਨਖੰਡ ਦੇ ਸੰਬੰਧ ਵਿੱਚ ਵੀ ਆਪਾਂ ਯਾਦ ਰੱਖਣੀਆਂ ਹਨ। ਤਾਂ ਪਹਿਲੀ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਕੀ ਹੈ ਕਿ ਇੱਕ ਜਿਹੜਾ ਹੈ ਇੱਕ, ਉਹ ਹਰੇਕ ਸੰਖਿਆ ਦਾ ਗੁਣਨਖੰਡ ਹੁੰਦਾ ਹੈ। ਜਦੋਂ ਆਪਾਂ ਕੁਐਸਚਨਸ ਕਰਦੇ ਹਾਂ ਪੇਪਰ ਦੇ ਵਿੱਚ, ਇਸ ਤਰ੍ਹਾਂ ਦੇ ਕੁਐਸਚਨਸ ਵੀ ਆ ਜਾਂਦੇ ਹਨ ਕਿ ਇੱਕ ਕੀ ਹੈ, ਕਿ ਇੱਕ ਕਿਸੇ ਸੰਖਿਆ ਦਾ ਗੁਣਨਖੰਡ ਹੋ ਸਕਦਾ ਹੈ। ਤਾਂ ਇਹ ਗੱਲ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ ਕਿ ਇੱਕ ਜਿਹੜਾ ਹੈ ਉਹ ਹਰੇਕ ਸੰਖਿਆ ਦਾ ਗੁਣਨਖੰਡ ਹੁੰਦਾ ਹੈ। ਉਸ ਤੋਂ ਬਾਅਦ ਜਿਹੜੀ ਦੂਸਰੀ ਗੱਲ ਹੈ, ਦੂਸਰੀ ਗੱਲ ਦੇਖੋ 6 ਦੇ ਜਾਂ 12 ਦੇ ਤੁਸੀਂ ਕਿਸੇ ਦੇ ਵੀ ਗੁਣਨਖੰਡ ਦੇਖੋ, ਇਹ ਗੁਣਨਖੰਡ ਜਾਂ ਤਾਂ 6 ਤੋਂ ਛੋਟੇ ਹਨ ਤੇ ਜਾਂ 6 ਦੇ ਬਰਾਬਰ ਹੈ। ਜਿਹੜਾ ਅਖੀਰਲਾ ਗੁਣਨਖੰਡ ਹੈ ਉਹ 6 ਦੇ ਬਰਾਬਰ ਹੈ। ਉਵੇਂ ਹੀ 12 ਦੇ ਵਿੱਚ ਦੇਖੋ, 12 ਦੇ ਸਾਰੇ ਗੁਣਨਖੰਡ 12 ਤੋਂ ਛੋਟੇ ਹਨ, ਪਰ ਇੱਕ ਗੁਣਨਖੰਡ ਜਿਹੜਾ ਹੈ ਉਹ 12 ਦੇ ਬਰਾਬਰ ਹੈ। ਤਾਂ ਇੱਥੋਂ ਆਪਾਂ ਨੂੰ ਇੱਕ ਗੱਲ ਪਤਾ ਲੱਗੀ ਕਿ ਕਿਸੇ ਵੀ ਸੰਖਿਆ ਦੇ ਜਿਹੜੇ ਗੁਣਨਖੰਡ ਹੋਣਗੇ ਜਾਂ ਤਾਂ ਉਹ ਸੰਖਿਆ ਨਾਲੋਂ ਛੋਟੇ ਹੋਣਗੇ ਤੇ ਜਾਂ ਜਿਹੜਾ ਇੱਕ ਗੁਣਨਖੰਡ ਆਪ ਸੰਖਿਆ ਜਿਹੜੀ ਹੋਊਗੀ ਉਹ ਉਸ ਦੇ ਬਰਾਬਰ ਹੋਊਗੀ। ਤਾਂ ਸੰਖਿਆ ਦੇ ਗੁਣਨਖੰਡ ਹਮੇਸ਼ਾ ਹੀ ਉਸ ਤੋਂ ਛੋਟੇ ਹੋਣਗੇ ਜਾਂ ਉਸ ਦੇ ਬਰਾਬਰ ਹੋਣਗੇ। ਤੀਸਰੀ ਗੱਲ ਦੇਖੋ ਕਿ ਕਿਸੇ ਵੀ ਸੰਖਿਆ ਦੇ ਜਿਹੜੇ ਗੁਣਨਖੰਡ ਹੋਣਗੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਸੀਮਿਤ ਹੋਊਗੀ। ਮਤਲਬ ਅਣਗਿਣਤ ਨਹੀਂ ਹੋਣਗੇ, ਸੀਮਿਤ ਗਿਣਤੀ ਹੈ। ਜਿਵੇਂ 6 ਦੇ ਕਿੰਨੇ ਗੁਣਨਖੰਡ ਹਨ? 4 ਹੀ ਗੁਣਨਖੰਡ ਹਨ। 12 ਦੇ ਕਿੰਨੇ ਗੁਣਨਖੰਡ ਹਨ? ਟੋਟਲ 6 ਗੁਣਨਖੰਡ ਹਨ। ਗੁਣਜ ਦੇ ਵਿੱਚ ਆਪਾਂ ਕੀਤਾ ਸੀ, ਦੇਖੋ ਕਿਸੇ ਵੀ ਸੰਖਿਆ ਦਾ ਗੁਣਜ ਕੱਢੀਏ ਤਾਂ ਗੁਣਜ ਉਸ ਦੇ ਅਨੇਕਾਂ ਹੋ ਸਕਦੇ ਹਨ। ਆਪਾਂ ਉਹਨਾਂ ਦਾ ਪਤਾ ਨਹੀਂ ਲਵਾ ਸਕਦੇ ਕਿ ਕਿੰਨੇ ਗੁਣਜ ਹੁੰਦੇ ਹਨ ਕਿਸੇ ਸੰਖਿਆ ਦੇ। ਤਾਂ ਗੁਣਜ ਤੇ ਗੁਣਨਖੰਡਾਂ ਦੇ ਵਿੱਚ ਇਹ ਫਰਕ ਹੈ। ਗੁਣਨਖੰਡਾਂ ਦੀ ਜਿਹੜੀ ਗਿਣਤੀ ਹੈ ਉਹ ਸੀਮਿਤ ਹੁੰਦੀ ਹੈ, ਪਰ ਗੁਣਜਾਂ ਦੀ ਜਿਹੜੀ ਸੰਖਿਆ ਹੈ, ਗਿਣਤੀ ਹੈ, ਉਹ ਸੀਮਿਤ ਨਹੀਂ ਹੁੰਦੀ, ਉਹ ਅਣਗਿਣਤ ਹੁੰਦੀ ਹੈ। ਅਗਲੀ ਗੱਲ ਜਿਹੜੀ ਚੌਥੀ ਗੱਲ ਹੈ ਯਾਦ ਰੱਖਣ ਯੋਗ, ਕਿ ਕਿਸੇ ਵੀ ਸੰਖਿਆ ਦੇ ਆਪਾਂ ਜਦੋਂ ਗੁਣਨਖੰਡ ਕੱਢਦੇ ਹਾਂ ਤਾਂ ਉਸ ਦਾ ਜਿਹੜਾ ਸਭ ਤੋਂ ਛੋਟਾ ਗੁਣਨਖੰਡ ਹੋਏਗਾ ਉਹ 1 ਹੋਏਗਾ, ਤੇ ਕਿਸੇ ਵੀ ਸੰਖਿਆ ਦਾ ਸਭ ਤੋਂ ਜਿਹੜਾ ਵੱਡਾ ਗੁਣਨਖੰਡ ਹੋਏਗਾ ਉਹ ਸੰਖਿਆ ਖੁਦ ਹੋਏਗੀ। ਤਾਂ ਇਹ ਸੀ 3-4 ਗੱਲਾਂ ਜਿਨ੍ਹਾਂ ਨੂੰ ਆਪਾਂ ਗੁਣਨਖੰਡ ਦੇ ਵਿੱਚ ਯਾਦ ਰੱਖਣਾ ਹੈ। ਅਗਲਾ ਜਿਹੜਾ ਟੌਪਿਕ ਹੈ, ਪਹਿਲੇ ਨੰਬਰ ਤੇ ਮੈਂ ਲਿਖਾਂਗਾ ਜਿਸਤ ਸੰਖਿਆਵਾਂ, ਜਿਹਨੂੰ ਆਪਾਂ ਈਵਨ ਨੰਬਰ ਕਹਿ ਲੈਂਦੇ ਹਾਂ, ਈਵਨ ਨੰਬਰਸ। ਤੇ ਦੂਜੇ ਨੰਬਰ ਤੇ ਮੈਂ ਲਿਖਿਆ ਹੈ ਟਾਂਕ ਸੰਖਿਆਵਾਂ, ਜਿਸ ਨੂੰ ਆਪਾਂ ਔਡ ਨੰਬਰਸ ਕਹਿੰਦੇ ਹਾਂ, ਔਡ ਨੰਬਰਸ। ਤਾਂ ਇਹ ਕੀ ਹਨ, ਇਹਨਾਂ ਬਾਰੇ ਆਪਾਂ ਅੱਜ ਇਹਨਾਂ ਬਾਰੇ ਵੀ ਵਿਚਾਰ ਕਰਾਂਗੇ। ਤਾਂ ਦੇਖੋ ਇਹ ਕੀ ਹਨ। ਤਾਂ ਜਿੰਨੀਆਂ ਵੀ ਸੰਖਿਆਵਾਂ ਅੱਜ ਤੱਕ ਤੁਸੀਂ ਪੜ੍ਹੀਆਂ ਹਨ, ਦੇਖੋ ਲੱਖਾਂ ਕਰੋੜਾਂ ਤੱਕ ਆਪਾਂ ਸੰਖਿਆਵਾਂ ਪੜ੍ਹ ਚੁੱਕੇ ਹਾਂ। ਪਿਛਲਾ ਚੈਪਟਰ ਆਪਾਂ ਸੰਖਿਆਵਾਂ ਕੀਤਾ ਹੈ। ਤਾਂ ਉਸ ਚੈਪਟਰ ਦੇ ਵਿੱਚ ਜਿੰਨੀਆਂ ਵੀ ਆਪਾਂ ਸੰਖਿਆਵਾਂ ਪੜ੍ਹ ਚੁੱਕੇ ਹਾਂ, ਤਾਂ ਉਹਨਾਂ ਦੇ ਵਿੱਚੋਂ ਜੇ ਮੈਂ ਕਹਾਂ ਕਿ ਅੱਧੀਆਂ ਸੰਖਿਆਵਾਂ ਟਾਂਕ ਹਨ ਤੇ ਅੱਧੀਆਂ ਸੰਖਿਆਵਾਂ ਜਿਸਤ ਹਨ। ਤਾਂ ਹੁਣ ਆਪਾਂ ਸੰਖਿਆਵਾਂ ਦਾ ਇੱਕ ਛੋਟਾ ਜਿਹਾ ਭਾਗ ਲੈਂਦੇ ਹਾਂ। ਮੰਨ ਲਓ ਮੈਂ ਪਹਿਲੀਆਂ 10 ਸੰਖਿਆਵਾਂ ਲੈਣਾ। ਦੇਖੋ ਕਿਵੇਂ, ਜਿਵੇਂ ਕਿ ਮੈਂ ਲਿਆ 1 2 3 4 5 6 7 8 9 ਤੇ 10। ਤਾਂ ਜੇਕਰ ਮੈਂ ਪਹਿਲੀਆਂ 10 ਸੰਖਿਆਵਾਂ ਦੇ ਵਿੱਚੋਂ ਜਿਸਤ ਅਤੇ ਟਾਂਕ ਸੰਖਿਆਵਾਂ ਲੱਭਣ ਦੀ ਕੋਸ਼ਿਸ਼ ਕਰਾਂ ਤਾਂ ਮੈਂ ਤੁਹਾਨੂੰ ਹੁਣੇ ਹੀ ਇੱਕ ਗੱਲ ਆਖੀ ਹੈ ਕਿ ਜਿੰਨੀਆਂ ਵੀ ਸੰਖਿਆਵਾਂ ਤੁਸੀਂ ਜਾਣਦੇ ਹੋ ਉਹਦੇ ਵਿੱਚੋਂ ਅੱਧੀਆਂ ਸੰਖਿਆਵਾਂ ਜਿਸਤ ਹੋਣਗੀਆਂ ਤੇ ਅੱਧੀਆਂ ਸੰਖਿਆਵਾਂ ਟਾਂਕ ਹੋਣਗੀਆਂ। ਤਾਂ ਆਪਣੇ ਕੋਲੇ ਕੁੱਲ ਦੇਖੋ 10 ਸੰਖਿਆਵਾਂ ਹਨ। 10 ਦੇ ਵਿੱਚੋਂ ਇਹ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਹੈ ਕਿ 5 ਸੰਖਿਆਵਾਂ ਟਾਂਕ ਹੋਣਗੀਆਂ ਤੇ 5 ਸੰਖਿਆਵਾਂ ਜਿਸਤ ਹੋਣਗੀਆਂ। ਤਾਂ ਜਿਹੜੀ ਹੁਣ ਮੇਨ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ ਕਿਹੜੀਆਂ ਸੰਖਿਆਵਾਂ ਜਿਸਤ ਹਨ ਤੇ ਕਿਹੜੀਆਂ ਸੰਖਿਆਵਾਂ ਟਾਂਕ ਹਨ। ਤਾਂ ਦੇਖੋ ਜਿਹੜੀਆਂ ਸੰਖਿਆਵਾਂ ਵੀ 2 ਦੇ ਪਹਾੜੇ ਤੇ ਆਉਣਗੀਆਂ ਉਹ ਸਾਰੀਆਂ ਸੰਖਿਆਵਾਂ ਜਿਸਤ ਸੰਖਿਆਵਾਂ ਹੋਣਗੀਆਂ। ਉਹਨਾਂ ਨੂੰ ਆਪਾਂ ਜਦੋਂ ਦੇਖੋ ਸਾਰੇ ਬੱਚੇ ਬੰਟਾਰੇ ਖੇਡਦੇ ਹੈ ਨਾ, ਤਾਂ ਉਹਦੇ ਵਿੱਚ ਇੱਕ ਖੇਡ ਹੁੰਦੀ ਹੈ ਕਲੀ ਜੋਟਾ। ਤਾਂ ਜਿਸਤ ਦਾ ਮਤਲਬ ਹੈ ਜੋਟੇ ਵਾਲੀਆਂ ਸੰਖਿਆਵਾਂ, ਮਤਲਬ ਜੋਟਾ, ਤੇ ਟਾਂਕ ਦਾ ਮਤਲਬ ਹੈ ਕਲੀ।
ठीक है। तो जोटे वालियां ਜਿਹੜੀਆਂ ਸੰਖਿਆਵਾਂ ਹੋਣਗੀਆਂ ਉਹ ਜਿਸਤ ਸੰਖਿਆਵਾਂ ਹੋਣਗੀਆਂ ਤੇ ਕਲੀ ਵਾਲੀਆਂ ਜਿਹੜੀਆਂ ਸੰਖਿਆਵਾਂ ਹੋਣਗੀਆਂ ਉਹ ਟਾਂਕ ਸੰਖਿਆਵਾਂ ਹੋਣਗੀਆਂ। ਦੇਖੋ ਪਹਿਲਾ ਜੋਟਾ ਕਿਹੜਾ ਹੈ ਆਪਣਾ, ਤਾਂ 2 ਦਾ ਇੱਕ ਜੋਟਾ ਬਣ ਜਾਂਦਾ ਆਪਣੇ ਕੋਲੇ, ਆਪਾਂ ਜੋੜਾ ਕਹਿ ਦਿੰਦੇ ਹਾਂ ਉਹਨੂੰ, ਹੈ ਨਾ, 2 ਦਾ ਇੱਕ ਜੋੜਾ। ਤਾਂ 2 ਤੋਂ ਬਾਅਦ ਅਗਲਾ ਜੋਟਾ ਕਿਹੜਾ ਹੈ, ਅਗਲੀ ਜਿਸਤ ਸੰਖਿਆ ਕਿਹੜੀ ਹੈ, 1 ਛੱਡ ਕੇ, ਯਾਨੀ ਕਿ 4, 4 ਦਾ ਜੋਟਾ ਬਣ ਜਾਂਦਾ। ਦੇਖੋ ਆ 2 ਬਿੰਦੀਆਂ 4 ਬਿੰਦੀਆਂ ਹੈ, ਤਾਂ ਇੱਕ ਜੋਟਾ ਆ ਹੋ ਗਿਆ, ਇੱਕ ਜੋਟਾ ਆ ਹੋ ਗਿਆ, ਤਾਂ ਇਹ ਕੀ ਹੋ ਗਿਆ, ਟੋਟਲ ਜੋਟਾ ਬਣ ਗਿਆ। ਤਾਂ ਉਸ ਤੋਂ ਬਾਅਦ ਦੇਖੋ 4 ਤੋਂ ਬਾਅਦ ਕੀ ਹੈ, 6, 6 ਵੀ ਜਿਸਤ ਸੰਖਿਆ ਹੈ, ਇਹ ਵੀ ਜੋਟਾ ਹੈ, 8 ਵੀ ਜਿਸਤ ਸੰਖਿਆ ਹੈ ਤੇ 10 ਵੀ ਜਿਸਤ ਸੰਖਿਆ ਹੈ। ਤਾਂ 2 4 6 8 10 ਇਹ ਵਾਲੀਆਂ ਸੰਖਿਆਵਾਂ ਧਿਆਨ ਦਿਓ 2 ਦੇ ਪਹਾੜੇ ਤੇ ਆਉਂਦੀਆਂ, 1 ਦੂਣੀ 2 ਦੂਣੀ 4, 3 ਦੂਣੀ 6, 4 ਦੂਣੀ 8, 5 ਦੂਣੀ 10। ਤਾਂ ਜਿਹੜੀਆਂ ਵੀ ਸੰਖਿਆਵਾਂ 2 ਦੇ ਪਹਾੜੇ ਤੇ ਆਉਣਗੀਆਂ ਉਹ ਸਾਰੀਆਂ ਸੰਖਿਆਵਾਂ ਕਿਹੜੀਆਂ ਸੰਖਿਆਵਾਂ ਹੋਣਗੀਆਂ, ਜਿਸਤ ਸੰਖਿਆਵਾਂ ਹੋਣਗੀਆਂ। ਤੇ ਜਿਹੜੀਆਂ ਬਾਕੀ 10 ਦੇ ਵਿੱਚੋਂ ਬਾਕੀ ਸੰਖਿਆਵਾਂ ਬਚ ਗਈਆਂ, ਜਿਵੇਂ ਕਿ 1 ਹੈ, 3 ਹੈ, 5 ਹੈ, ਸੌਰੀ ਇੱਥੇ 7 ਹੈ ਨਾ, 6 ਤੋਂ ਬਾਅਦ 7, ਤਾਂ 7 ਹੈ, 7 ਵੀ ਕੀ ਹੈ, ਟਾਂਕ ਸੰਖਿਆ। ਤੇ ਉਸ ਤੋਂ ਬਾਅਦ 7 ਤੋਂ ਬਾਅਦ ਕੀ ਲਿਖਿਆ ਹੈ, 9 ਲਿਖਿਆ ਹੈ, 9 ਵੀ ਕੀ ਹੈ, ਟਾਂਕ ਸੰਖਿਆ ਹੈ। ਤਾਂ ਦੇਖੋ 1 2 3 4 5 5 ਟਾਂਕ ਸੰਖਿਆਵਾਂ ਹਨ ਤੇ 1 2 3 4 5 5 ਜਿਸਤ ਸੰਖਿਆਵਾਂ ਹਨ। ਇਹ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਦੱਸੀ ਸੀ ਵੀ ਕਿੰਨੀਆਂ ਵੀ ਸੰਖਿਆਵਾਂ ਤੁਸੀਂ ਲੈ ਲਓ ਉਹਨਾਂ ਦੇ ਵਿੱਚੋਂ ਅੱਧੀਆਂ ਸੰਖਿਆਵਾਂ ਜਿਸਤ ਹੋਣਗੀਆਂ, ਅੱਧੀਆਂ ਸੰਖਿਆਵਾਂ ਟਾਂਕ ਹੋਣਗੀਆਂ। ਤਾਂ 1 ਤੋਂ ਲੈ ਕੇ 10 ਤੱਕ ਤੁਸੀਂ ਬੜੀ ਆਸਾਨੀ ਨਾਲ ਦੱਸ ਦੋਗੇ ਕਿ ਸਰ ਆਹ ਸੰਖਿਆ ਜਿਸਤ ਹੈ, ਆਹ ਸੰਖਿਆ ਟਾਂਕ ਹੈ। ਗੱਲ ਉਦੋਂ ਮਤਲਬ ਤੁਹਾਡੇ ਲਈ ਬੜੀ ਪਰੇਸ਼ਾਨੀ ਵਾਲੀ ਪੈਦਾ ਹੋ ਜਾਊਗੀ ਜਦੋਂ ਸੰਖਿਆ ਆਪਾਂ ਕੋਈ ਵੱਡੀ ਪੁੱਛ ਲਈਏ। ਮੰਨ ਲਓ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਦੇਖੋ ਆਹ ਸੰਖਿਆ ਜਿਹੜੀ ਹੈ, ਦੱਸੋ ਵੀ ਆਹ ਸੰਖਿਆ ਕਿਹੜੀ ਹੈ, ਇਹ ਜਿਸਤ ਸੰਖਿਆ ਹੈ ਜਾਂ ਟਾਂਕ ਸੰਖਿਆ ਹੈ। ਤਾਂ ਤੁਸੀਂ ਬੜੀ ਪਰੇਸ਼ਾਨੀ ਦੇ ਵਿੱਚ ਪੈ ਜਾਓਗੇ। ਤਾਂ ਤੁਸੀਂ ਪਰੇਸ਼ਾਨ ਹੋਣ ਦੀ ਤੁਹਾਨੂੰ ਲੋੜ ਨਹੀਂ, ਬੜਾ ਹੀ ਆਸਾਨ ਤਰੀਕਾ ਹੈ। ਕੀ ਤਰੀਕਾ ਹੈ, ਕੋਈ ਵੀ ਸੰਖਿਆ ਹੈ ਤੁਸੀਂ ਉਸ ਦੇ ਸਾਰੇ ਅੰਕਾਂ ਨੂੰ ਨਹੀਂ ਦੇਖਣਾ। ਜਦੋਂ ਤੁਸੀਂ ਜਿਸਤ ਤੇ ਟਾਂਕ ਦਾ ਪਤਾ ਲਵਾਉਣਾ ਹੈ ਤਾਂ ਤੁਸੀਂ ਉਸ ਦੇ ਕਿਸੇ ਵੀ ਅੰਕ ਨੂੰ ਦੇਖਣ ਦੀ, ਤੁਹਾਨੂੰ ਹੋਰ ਕਿਸੇ ਅੰਕ ਨੂੰ ਦੇਖਣ ਦੀ ਲੋੜ ਨਹੀਂ, ਸਿਰਫ ਤੁਸੀਂ ਉਸ ਦਾ ਇਕਾਈ ਸਥਾਨ ਦੇਖਣਾ ਹੈ। ਇਕਾਈ ਸਥਾਨ ਪਤਾ ਹੀ ਹੈ ਆਪਾਂ ਨੂੰ, ਸਭ ਤੋਂ ਇੱਧਰ ਵਾਲਾ ਜਿਹੜਾ ਸੱਜੇ ਪਾਸੇ ਵਾਲਾ ਅੰਕ ਹੁੰਦਾ ਹੈ ਉਹ ਇਕਾਈ ਸਥਾਨ ਤੇ ਹੁੰਦਾ ਹੈ। ਇਕਾਈ ਸਥਾਨ ਤੇ ਜੇਕਰ ਕਲੀ ਹੈ ਜਾਂ ਮਤਲਬ ਕਹਿ ਦਿਆਂ ਟਾਂਕ ਸੰਖਿਆ ਹੈ ਤਾਂ ਜਿਹੜੀ ਸਾਰੀ ਸੰਖਿਆ ਹੋਊਗੀ ਉਹ ਟਾਂਕ ਹੋਊਗੀ। ਤਾਂ ਆਹ ਕਿਹੜੀ ਸੰਖਿਆ ਹੈ, ਇਹ ਟਾਂਕ ਸੰਖਿਆ ਹੈ, ਕਿਉਂਕਿ ਦੇਖੋ ਇਸ ਦੇ ਇਕਾਈ ਸਥਾਨ ਤੇ 1 ਹੈ ਤੇ 1 ਕੀ ਹੈ, ਟਾਂਕ ਸੰਖਿਆ। ਤਾਂ ਇਸ ਲਈ ਆਪਾਂ ਕਹਾਂਗੇ ਕਿ ਇਹ ਸਾਰੀ ਦੀ ਸਾਰੀ ਸੰਖਿਆ ਕਿਹੜੀ ਸੰਖਿਆ ਹੈ, ਟਾਂਕ ਸੰਖਿਆ ਹੈ। ਚਲੋ ਮੈਂ ਇੱਕ ਉਦਾਹਰਨ ਹੋਰ ਲੈਣਾ, ਦੱਸੋ ਵੀ ਆਹ ਕਿਹੜੀ ਸੰਖਿਆ ਹੈ। ਤਾਂ ਤੁਸੀਂ ਇਸ ਨੂੰ ਬੜੀ ਆਸਾਨੀ ਨਾਲ ਦੱਸ ਸਕਦੇ ਹੋ। ਤੁਸੀਂ ਕਿਹੜਾ ਸਥਾਨ ਦੇਖਣਾ ਹੈ, ਇਕਾਈ ਵਾਲਾ ਸਥਾਨ ਦੇਖਣਾ ਹੈ। ਇਕਾਈ ਵਾਲੇ ਸਥਾਨ ਤੇ ਕੌਣ ਹੈ, 2 ਹੈ, 2 ਹੈ ਤਾਂ 2 ਕਿਹੜੀ ਸੰਖਿਆ ਹੈ, ਜਿਸਤ ਸੰਖਿਆ ਹੈ। ਤਾਂ ਬੜੀ ਤੁਸੀਂ ਆਸਾਨੀ ਨਾਲ ਦੱਸ ਦੋਗੇ ਵੀ ਸਰ ਇਹ ਇੱਕ ਜਿਸਤ ਸੰਖਿਆ ਹੈ। ਠੀਕ ਹੈ। ਉਸ ਤੋਂ ਬਾਅਦ ਦੇਖੋ ਮੈਂ ਇੱਕ ਸੰਖਿਆ ਹੋਰ ਲਿਖਦਾ, ਤਾਂ ਇਹ ਕਿਹੜੀ ਸੰਖਿਆ ਹੈ। ਤਾਂ ਤੁਸੀਂ ਧਿਆਨ ਦਿਓ ਵੀ ਤੁਸੀਂ ਇਕਾਈ ਸਥਾਨ ਨੂੰ ਜਦੋਂ ਦੇਖਿਆ ਤਾਂ ਇਕਾਈ ਸਥਾਨ ਤੇ ਕੀ ਹੈ, 0 ਹੈ। ਤਾਂ 0 ਬਾਰੇ ਤਾਂ ਆਪਣਾ ਇੱਥੇ ਕੋਈ ਜ਼ਿਕਰ ਹੀ ਨਹੀਂ ਹੋਇਆ। ਆਪਾਂ ਸੰਖਿਆਵਾਂ ਕਿੱਥੋਂ ਸ਼ੁਰੂ ਕੀਤੀਆਂ ਸੀ, 1 ਤੋਂ ਸ਼ੁਰੂ ਕੀਤੀਆਂ ਸੀ। ਤਾਂ 0 ਬਾਰੇ ਆਪਾਂ ਕੋਈ ਵੀ ਜ਼ਿਕਰ ਨਹੀਂ ਕੀਤਾ, ਜਿਹੜਾ ਕਿ ਆਪਾਂ ਹੁਣ ਕਰਾਂਗੇ। ਧਿਆਨ ਦਿਓ 0 ਕੀ ਹੈ, 1 2 3 4 5 ਇਹਨਾਂ ਬਾਰੇ ਤਾਂ ਆਪਾਂ ਨੂੰ ਪਤਾ ਹੈ ਕਿ ਇਹ ਕਿਹੜੀਆਂ ਸੰਖਿਆਵਾਂ ਹਨ। 0 ਕੀ ਹੈ, ਕਿਹੜੀ ਸੰਖਿਆ ਹੈ, ਜਿਸਤ ਸੰਖਿਆ ਹੈ, ਟਾਂਕ ਸੰਖਿਆ ਹੈ ਜਾਂ ਕੋਈ ਹੋਰ। ਤਾਂ ਜਿਸਤ ਤੇ ਟਾਂਕ ਦੇ ਵਿੱਚੋਂ ਆਪਾਂ ਜੇ ਦਸੀਏ ਤਾਂ 0 ਜਿਹੜਾ ਹੈ ਉਹ ਨਾ ਤਾਂ ਜਿਸਤ ਹੈ, ਨਾ ਤਾਂ ਜਿਸਤ ਹੈ ਅਤੇ ਨਾ ਹੀ ਟਾਂਕ। 0 ਦੀ ਖਾਸੀਅਤ ਹੈ ਕਿ 0 ਨਾ ਤਾਂ ਜਿਸਤ ਸੰਖਿਆ ਹੈ ਤੇ ਨਾ ਹੀ ਟਾਂਕ ਸੰਖਿਆ ਹੈ। ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਹੈ। ਇਹ ਪ੍ਰਸ਼ਨ ਪੁੱਛਿਆ ਜਾਂਦਾ ਹੈ ਜਦੋਂ ਆਪਣੇ ਪੇਪਰ ਹੁੰਦੇ ਹੈ ਕਿ ਦੱਸੋ ਵੀ 0 ਕੀ ਹੈ। ਤਾਂ 0 ਕੀ ਹੈ, ਨਾ ਜਿਸਤ ਸੰਖਿਆ ਹੈ ਤੇ ਨਾ ਹੀ ਟਾਂਕ ਸੰਖਿਆ ਹੈ। ਪਰ ਆਪਾਂ ਫਿਰ ਜਦੋਂ ਇੱਥੇ ਆ ਗਏ ਤਾਂ ਹੁਣ ਕੀ ਕਹਾਂਗੇ ਕਿ ਆਹ ਸੰਖਿਆ ਕੀ ਹੈ। ਤਾਂ ਆਹ ਸੰਖਿਆ ਨੂੰ ਆਪਾਂ ਜਿਸਤ ਕਹਾਂਗੇ। ਕੀ ਕਹਾਂਗੇ, ਜਿਸਤ ਸੰਖਿਆ ਹੈ ਇਹ। ਤਾਂ ਇਸ ਬਾਰੇ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿਆਂ। ਜਦੋਂ ਵੀ 0 ਕਿਸੇ, ਹੁਣ ਆਹ ਸੰਖਿਆ ਸੀ ਆ, ਤਾਂ ਇਹਦੇ ਪਿੱਛੇ ਲੱਗ ਗਈ 0। ਤਾਂ ਜਦੋਂ ਵੀ ਕਿਸੇ ਸੰਖਿਆ ਦੇ ਪਿਛਲਾ ਜਿਹੜਾ ਅੰਕ ਹੈ ਉਹ 0 ਹੋਵੇ, ਯਾਨੀ ਕਿ ਪਿੱਛੇ 0 ਲੱਗੀ ਹੋਵੇ, ਇਕਾਈ ਸਥਾਨ ਤੇ 0 ਲੱਗੀ ਹੋਵੇ, ਤਾਂ ਜਿਹੜੀ ਉਹ ਸੰਖਿਆ ਹੋਏਗੀ ਉਹ ਜਿਸਤ ਸੰਖਿਆ ਹੋਏਗੀ। 0 ਉਸ ਸੰਖਿਆ ਨੂੰ ਜਿਹੜਾ ਹੈ ਉਹ ਜਿਸਤ ਬਣਾ ਦਿੰਦਾ ਹੈ। ਤਾਂ 0 ਬਾਰੇ ਸਾਰੇ ਬੱਚਿਆਂ ਨੂੰ ਕਲੀਅਰ ਹੈ। ਤਾਂ ਇੱਕ ਵਾਰ ਫੇਰ ਮੈਂ ਦੱਸ ਦਿਆਂ
ਕਿ ਜਿਸਤ ਸੰਖਿਆਵਾਂ ਕਿਹੜੀਆਂ ਹੋਣਗੀਆਂ, ਜਿਹੜੀਆਂ ਸੰਖਿਆਵਾਂ ਦੇ ਇਕਾਈ ਸਥਾਨ ਤੇ, ਜਿਹੜੀਆਂ ਸੰਖਿਆਵਾਂ ਦੇ ਇਕਾਈ ਸਥਾਨ ਤੇ 0 ਹੋਏਗਾ, 2 ਹੋਏਗਾ, 4 ਹੋਏਗਾ, 6 ਹੋਏਗਾ ਤੇ 8 ਹੋਏਗਾ, ਇਕਾਈ ਸਥਾਨ ਤੇ ਇਹਨਾਂ ਦੇ ਵਿੱਚੋਂ ਕੋਈ ਵੀ ਅੰਕ ਹੋਏਗਾ ਤਾਂ ਉਹ ਜਿਹੜੀ ਸੰਖਿਆ ਹੋਏਗੀ ਉਹ ਜਿਸਤ ਸੰਖਿਆ ਹੋਏਗੀ। ਤੇ ਜੇਕਰ ਟਾਂਕ ਸੰਖਿਆ ਦੀ ਗੱਲ ਕਰੀਏ ਤਾਂ ਕਿਸੇ ਵੀ ਵੱਡੀ ਤੋਂ ਵੱਡੀ ਸੰਖਿਆ ਦੇ ਪਿਛਲੇ ਪਾਸੇ ਯਾਨੀ ਕਿ ਇਕਾਈ ਵਾਲੇ ਸਥਾਨ ਤੇ ਜੇਕਰ 1 ਹੋਏਗਾ, 3 ਹੋਏਗਾ, 5 ਹੋਏਗਾ, 7 ਹੋਏਗਾ ਜਾਂ 9 ਹੋਏਗਾ, ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਅੰਕ ਦੇਖਦੇ ਹੋ ਸੰਖਿਆ ਦੇ ਇਕਾਈ ਸਥਾਨ ਤੇ ਤਾਂ ਤੁਸੀਂ ਬਿਲਕੁਲ ਸਪਸ਼ਟ ਤੌਰ ਤੇ ਦੱਸ ਦਿਓਗੇ ਕਿ ਇਹ ਕਿਹੜੀ ਸੰਖਿਆ ਹੈ, ਟਾਂਕ ਸੰਖਿਆ ਹੈ। ਤਾਂ ਇਹ ਸੀ ਆਪਣਾ ਟੌਪਿਕ ਜਿਸ ਦੇ ਵਿੱਚ ਆਪਾਂ ਚਾਰ ਟੌਪਿਕ ਕਲੀਅਰ ਕੀਤੇ ਹਨ ਇਸ ਚੈਪਟਰ ਦੇ। ਆਪਾਂ ਪਹਿਲਾ ਜਿਹੜਾ ਆਪਣਾ ਟੌਪਿਕ ਸੀ ਉਹ ਸੀ ਗੁਣਜ, ਦੂਜਾ ਗੁਣਨਖੰਡ ਤੇ ਤੀਜਾ ਜਿਹੜਾ ਸੀ ਉਹ ਜਿਸਤ ਸੰਖਿਆਵਾਂ ਤੇ ਚੌਥਾ ਟਾਂਕ ਸੰਖਿਆਵਾਂ। ਤਾਂ ਇਹਨਾਂ 4 ਟੌਪਿਕਸ ਦੇ ਨਾਲ ਆਪਾਂ ਚੈਪਟਰ ਨੂੰ ਅੱਗੇ ਕੰਟੀਨਿਊ ਕਰਾਂਗੇ। ਕੁਝ ਹੋਰ ਟੌਪਿਕਸ ਵੀ ਨੇ ਜਿਹੜੇ ਆਪਾਂ ਚੈਪਟਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਰਾਂਗੇ। ਤਾਂ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇਸ ਸੰਬੰਧੀ ਜਿਹੜਾ ਹੋਮਵਰਕ ਹੈ ਉਹ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਦੇ ਦਿੱਤਾ ਜਾਏਗਾ। ਜੇਕਰ ਤੁਸੀਂ ਇਸ ਦੀ ਐਕਸਰਸਾਈਜ਼ ਦੇਖੋ, ਹੋਮਵਰਕ ਦੀ ਗੱਲ ਕਰ ਰਿਹਾ ਹਾਂ ਮੈਂ। ਹੋਮਵਰਕ ਦੇ ਵਿੱਚ ਦੇਖੋ ਐਕਸਰਸਾਈਜ਼ 3.1 ਜਦੋਂ ਤੁਸੀਂ ਦੇਖੋਗੇ ਨਾ ਤਾਂ ਉਸ ਦੇ ਬਹੁਤ ਸਾਰੇ ਕੁਐਸਚਨਸ ਹੋਣਗੇ ਜਿਹੜੇ ਤੁਸੀਂ ਇਹਨਾਂ 4 ਟੌਪਿਕਸ ਦੇ ਆਧਾਰ ਤੇ ਕਰ ਸਕਦੇ ਹੋ। ਤਾਂ ਜਿੰਨੇ ਵੀ ਕੁਐਸਚਨ ਤੁਸੀਂ ਐਕਸਰਸਾਈਜ਼ 3.1 ਦੇ ਕਰ ਸਕੋ ਉਹ ਕੁਐਸਚਨ ਤੁਸੀਂ ਕਾਪੀਆਂ ਤੇ ਕਰਨੇ ਹਨ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।